ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ ਸ਼ਾਇਨਾ ਗੋਇਲ। ਸੋ ਫਰੈਂਡਸ, ਕਿਵੇਂ ਰਿਹਾ ਤੁਹਾਡਾ ਸਾਰਿਆਂ ਦਾ ਪੇਪਰ? ਤੇ ਪੇਪਰ ਦੇਖ ਕੇ ਮੈਨੂੰ ਲੱਗਿਆ ਕਿ ਤੁਸੀਂ ਸੀਡੀਪੀ ਵਿੱਚ ਕਮ ਸੇ ਕਮ ਬਹੁਤ ਚੰਗੇ ਨੰਬਰ ਲੈ ਕੇ ਆਓਗੇ। ਤੇ ਬੱਚਿਆਂ ਦੇ ਕਮੈਂਟਸ ਵੀ ਆ ਰਹੇ ਸੀ ਕਿ ਮੈਮ ਪੇਪਰ ਬਹੁਤ ਈਜ਼ੀ ਸੀ, ਬਹੁਤ ਸਾਰੇ ਕੁਐਸਚਨਸ ਉੱਦਾਂ ਦੇ ਹੀ ਦੇਖਣ ਨੂੰ ਮਿਲੇ ਜਿੱਦਾਂ ਕਿ ਆਪਾਂ ਤਿਆਰੀ ਵਿੱਚ ਕੀਤੇ ਸੀ। ਸੋ ਦੇਖੋ, ਵਿਦਾਊਟ ਵੇਸਟਿੰਗ ਐਨੀ ਟਾਈਮ, ਇਹ ਜਿਹੜਾ ਪੇਪਰ ਮੈਂ ਤੁਹਾਡੇ ਨਾਲ ਡਿਸਕਸ ਕਰਨ ਵਾਲੀ ਹਾਂ, ਆਪਾਂ ਸੀਡੀਪੀ ਡਿਸਕਸ ਕਰਾਂਗੇ ਇਸ ਪੇਪਰ ਵਿੱਚ, ਠੀਕ ਹੈ। ਤੇ ਇਹ ਹੈਗਾ ਜੀ ਸੈੱਟ ਬੀ ਦਾ ਪੇਪਰ ਹੈ। ਸੀਡੀਪੀ ਦੇ ਕੁਐਸਚਨਸ ਆਪਾਂ ਦੇਖਾਂਗੇ ਤੇ ਤੁਸੀਂ ਮੈਚ ਕਰ ਲਿਓ ਕਿ ਤੁਸੀਂ ਇਹਨਾਂ ਦੇ ਆਨਸਰਸ ਕੀ ਲਗਾ ਕੇ ਆਏ ਹੋ। ਤੇ ਮੈਨੂੰ ਐਂਡ ਤੇ ਦੱਸਿਓ ਕਿ 30 ਚੋਂ ਤੁਸੀਂ ਕਿੰਨੇ ਨੰਬਰ ਆਪਦੇ ਆਪ ਨੂੰ ਦੇ ਰਹੇ ਹੋ ਇਹ ਆਨਸਰ ਕੀ ਦੇਖ ਕੇ। ਸੋ ਫਰੈਂਡਸ ਦੇਖੋ, ਸਭ ਤੋਂ ਪਹਿਲਾ ਕੁਐਸਚਨ ਕੀ ਹੈ ਕਿ ਡੈਸ਼ ਰਿਪਰੈਜ਼ੈਂਟਸ ਦ ਪੈਟਰਨ ਆਫ ਬਾਇਓਲੋਜੀਕਲ cognitive and socio-emotional processes that begins at conception and continues through the lifespan। ਜਿਹੜੀ ਆਪਾਂ ਚੀਜ਼ ਕਹਿੰਦੇ ਆ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਕੀ ਹੈ ਉਹ ਬੰਦੇ ਦੀ ਡਿਵੈਲਪਮੈਂਟ ਹੈ, ਠੀਕ ਹੈ। ਗਰੋਥ ਇੱਕ ਟਾਈਮ ਤੇ ਆ ਕੇ ਰੁਕ ਜਾਂਦੀ ਹੈ, ਮੈਚੂਰੇਸ਼ਨ ਇੱਕ ਟਾਈਮ ਤੇ ਰੁਕ ਜਾਂਦੀ ਹੈ, ਲੇਕਿਨ ਜਿਹੜੀ ਡਿਵੈਲਪਮੈਂਟ ਆ ਉਹ ਚੱਲਦੀ ਰਹਿੰਦੀ ਹੈ। ਸੋ ਆਪਣਾ ਉਰੇ ਆਨਸਰ ਆਪਸ਼ਨ ਏ ਸਹੀ ਹੈ ਜੀ, ਮਾਰਕ ਕਰ ਲਓ। ਦੇਖੋ ਤੁਸੀਂ ਕਿਹੜਾ ਮਾਰਕ ਕਰਕੇ ਆਏ ਹੋ। ਨੈਕਸਟ, ਪਿਆਜੀਅਨ ਕੰਸੈਪਟ ਆਫ ਇਨਕੋਰਪੋਰੇਸ਼ਨ ਆਫ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਇਨਫੋਰਮੇਸ਼ਨ। ਨਵੀਂ ਇਨਫੋਰਮੇਸ਼ਨ ਜਦੋਂ ਐਗਜ਼ਿਸਟਿੰਗ ਵਿੱਚ ਐਡ ਹੋ ਜਾਂਦੀ ਹੈ, ਮੈਂ ਕੀ ਕਿਹਾ ਸੀ, ਜਦੋਂ ਐਡ ਹੋ ਜਾਂਦੀ ਹੈ ਉਹਨੂੰ ਕਹਿੰਦੇ ਆਪਾਂ ਐਸੀਮੀਲੇਸ਼ਨ, ਜਦੋਂ ਆਪਾਂ ਮੋਡੀਫਾਈ ਕਰਦੇ ਹਾਂ ਉਹਨੂੰ ਐਕੋਮੋਡੇਸ਼ਨ ਕਹਿੰਦੇ ਆ। ਤੇ ਇਹਦਾ ਆਨਸਰ ਹੈਗਾ ਆਪਸ਼ਨ ਏ, ਠੀਕ ਹੈ ਜੀ। ਅੱਗੇ ਦੇਖੋ, who among the following presented a social constructivist approach through learning। ਇਹ ਤਾਂ ਮੇਰੇ ਕਿਸੇ ਵੀ ਸਟੂਡੈਂਟ ਦਾ ਗਲਤ ਹੋ ਹੀ ਨਹੀਂ ਸਕਦਾ ਕਿਉਂਕਿ ਅਸੀਂ ਰੱਜ ਰੱਜ ਕੇ ਲੇ ਵਾਇਗੋਸਕੀ ਦੇ ਕੁਐਸਚਨਸ ਕੀਤੇ ਹੋਏ ਨੇ। ਸੋਸ਼ਲ ਕੰਸਟਰਕਟਿਵਿਸਟ ਨੇ ਲੇ ਵਾਇਗੋਸਕੀ, ਜਿਹੜੇ ਹਰ ਗੱਲ ਵਿੱਚ ਸੁਸਾਇਟੀ ਦੀ ਗੱਲ ਕਰਦੇ ਨੇ, ਠੀਕ ਹੈ। ਨੈਕਸਟ ਕੁਐਸਚਨ ਦੇਖੋ 34, ਪੀਪਲ ਵੈਲਿਊ ਟਰਸਟ ਕੇਅਰਿੰਗ ਐਂਡ ਲੋਇਲਟੀ ਟੂ ਅਦਰਸ ਐਜ਼ ਅ ਬੇਸਿਸ ਫॉर ਮੋਰਲ ਜਜਮੈਂਟ ਰਿਪਰੈਜ਼ੈਂਟਸ ਵਿਚ ਆਫ ਦ ਫੋਲੋਇੰਗ ਸਟੇजेस ਆਫ ਕੋਲਬਰਗ ਥਿਓਰੀ। ਹੁਣ ਦੇਖੋ ਪਿਆਜੇ, ਐਲੇ ਵਾਇਗੋਸਕੀ ਤੇ ਕੋਲਬਰਗ, ਇਹਨਾਂ ਨੂੰ ਤਾਂ ਅਸੀਂ ਬਿਲਕੁਲ ਅੰਦਰ ਤੱਕ ਸਮਾ ਲਿਆ ਸੀ ਇਹਨਾਂ ਥਿਓਰੀਜ਼ ਨੂੰ, ਹੈ ਨਾ। ਤੇ ਇਹਨਾਂ ਤੋਂ ਕੁਐਸਚਨ ਵੀ ਵਧੀਆ ਦੇਖਣ ਨੂੰ ਮਿਲੇ ਨੇ ਤੇ ਇੰਟੈਲੀਜੈਂਸ ਦੀ ਥਿਓਰੀਜ਼ 'ਚੋਂ ਵੀ ਕਾਫੀ ਕੁਐਸਚਨਸ ਦੇਖਣ ਨੂੰ ਮਿਲੇ ਨੇ। ਇਹਨਾਂ ਥਿਓਰੀਜ਼ 'ਤੇ ਹੀ ਮੈਂ ਤੁਹਾਨੂੰ ਐਂਡ ਆਫ ਦ ਮੂਮੈਂਟ 'ਤੇ ਵੀ ਕਿਹਾ ਸੀ ਫੋਕਸ ਕਰਨ ਨੂੰ। ਇੱਕ ਲਰਨਿੰਗ ਦੀਆਂ ਥਿਓਰੀਜ਼ ਹੈ, ਇੱਕ ਕੋਗਨੀਟਿਵ ਦੀਆਂ ਥਿਓਰੀਜ਼ ਹੈ ਤੇ ਇੱਕ ਇੰਟੈਲੀਜੈਂਸ ਦੀਆਂ ਥਿਓਰੀਜ਼ ਨੇ, ਠੀਕ ਹੈ। ਤੇ ਇਹਦਾ ਆਪਣਾ ਆਨਸਰ ਕੀ ਹੈਗਾ? ਇਹਦਾ ਆਨਸਰ ਆਪਣਾ ਹੈਗਾ ਆਪਸ਼ਨ ਬੀ, ਯਾਨੀ ਕਿ ਸਟੇਜ 3 ਮਿਊਚੁਅਲ ਇੰਟਰਪਰਸਨਲ ਐਕਸਪੈਕਟੇਸ਼ਨਸ, ਰਿਲੇਸ਼ਨਸ਼ਿਪਸ ਐਂਡ ਇੰਟਰਪਰਸਨਲ ਕਨਫਰਮਿਟੀ। ਨੈਕਸਟ ਦੇਖੋ, ਇਨ ਟ੍ਰਾਇਰਕਿਕ ਥਿਓਰੀ ਆਫ ਇੰਟੈਲੀਜੈਂਸ ਐਜ਼ ਗਿਵਨ ਬਾय ਸਟਰਨਬਰਗ ਵਿਚ ਆਫ ਦ ਫੋਲੋਇੰਗ ਇਜ਼ ਨॉट। ਆ ਕੀ ਆ ਗਿਆ ਜੂਰੇ ਪੇਜ ਨੰਬਰ, ਚਲੋ ਕੋਈ ਗੱਲ ਨਹੀਂ, ਠੀਕ ਹੈ। ਜਿਹੜੇ ਇਹਦੇ ਵਿੱਚ ਨਹੀਂ ਹੈਗੇ ਟ੍ਰਾਇਰਕਿਕ ਥਿਓਰੀ ਆਫ ਇੰਟੈਲੀਜੈਂਸ ਸਟਰਨਬਰਗ ਨੇ ਜਿਹੜੀ ਦਿੱਤੀ ਸੀ, ਉਹ ਕਿਹੜਾ ਹੈਗਾ? ਉਰੇ ਸਪੇਸ਼ਲ ਬਾਰੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਟਰਨਬਰਗ ਨੇ। ਨੈਕਸਟ ਕੁਐਸਚਨ, ਇਹਦੀ ਆਪਸ਼ਨ ਏ ਸਹੀ ਹੈ 35ਵੇਂ ਕੁਐਸਚਨ ਦੀ। ਨੈਕਸਟ, ਵਿਚ ਆਫ ਦ ਫੋਲੋਇੰਗ ਰਿਪਰੈਜ਼ੈਂਟਸ ਦ ਐਕੁਇਜ਼ੀਸ਼ਨ ਆਫ ਅ ਟ੍ਰੈਡੀਸ਼ਨਲ ਮੈਸਕੂਲਿਨ ਔਰ ਫੈਮਿਨਿਨ ਰੋਲਸ। ਜਿੱਥੇ ਮੈਸਕੂਲਿਨ ਤੇ ਫੈਮਿਨਿਨ ਰੋਲਸ ਆ ਗਏ ਉੱਥੇ ਆਪਣੇ ਜੈਂਡਰ ਰੋਲਸ ਦੀ ਗੱਲ ਹੁੰਦੀ ਹੈ। ਅਗੇਨ ਕੀ ਹੈ? ਆਪਸ਼ਨ ਏ ਉਰੇ ਸਹੀ ਹੈ। ਜ਼ਿਆਦਾਤਰ ਤੁਸੀਂ ਦੇਖਿਆ ਹੋਊਗਾ ਆਪਸ਼ਨ ਏ ਹਾਲ ਤੱਕ ਜਿਹੜੀ ਹੈ ਕਾਫੀ ਕੁਐਸਚਨਸ ਵਿੱਚ ਸਹੀ ਦੇਖਣ ਨੂੰ ਮਿਲੀ ਹੈ। In Pavlov's experiments, Pavlov gave food to the dog only after ringing the bell, not after any other sound। Represents which of the following concept? ਕਿਹੜੇ concept ਨੂੰ ਇਹ represent ਕਰਦਾ ਹੈ? Generalization ਨੂੰ, ਠੀਕ ਹੈ। ਆਪਸ਼ਨ ਏ ਅਗੇਨ ਇੱਥੇ ਕੀ ਆ ਗਿਆ ਜੀ ਇਹਦਾ ਕਰੈਕਟ ਆਨਸਰ। ਦ ਕੌਨਸੈਪਟ ਆਫ ਚਾਈਲਡ ਐਜੂਕੇਸ਼ਨ, ਚਾਈਲਡ ਸੈਂਟਰਡ ਐਜੂਕੇਸ਼ਨ, ਕਿਹਨੇ ਐਡਵੋਕੇਟ ਕੀਤਾ ਸੀਗਾ ਇਸ ਚੀਜ਼ ਦੀ, ਕਿਹਨੇ ਵਕਾਲਤ ਕੀਤੀ ਸੀ? ਉਹ ਹੈਗੇ ਜੀ ਆਪਣੇ ਜੌਨ ਡਿਊਈ ਨੇ ਇਸ ਚੀਜ਼ ਦੀ ਵਕਾਲਤ ਕੀਤੀ ਸੀ। ਨੈਕਸਟ, ਵਿਚ ਆਫ ਦ ਫੋਲੋਇੰਗ ਇਜ਼ ਨॉट ਦ ਕਰੈਕਟਰਿਸਟਿਕਸ ਆਫ ਇਮੋਸ਼ਨਲ ਇੰਟੈਲੀਜੈਂਸ ਗਿਵਨ ਬਾਏ ਸੈਲਵੋਏ। ਸੈਲਵੋਏ ਦੀ ਥਿਓਰੀ ਮੈਂ ਤੁਹਾਨੂੰ ਨਹੀਂ ਕਰਾਈ ਤੇ ਐਕਸਪੈਕਟਡ ਵੀ ਨਹੀਂ ਸੀ ਵੀ ਇਮੋਸ਼ਨਲ ਇੰਟੈਲੀਜੈਂਸ 'ਚੋਂ ਇਹ ਕੁਐਸਚਨ ਪੁੱਛ ਲੈਣਗੇ। 2 ਕੁਐਸਚਨਸ ਆਏ ਸੀ ਇਮੋਸ਼ਨਲ ਇੰਟੈਲੀਜੈਂਸ ਤੋਂ, ਠੀਕ ਹੈ। ਤੇ ਇਹਦਾ ਆਨਸਰ ਜਿਹੜਾ ਹੈਗਾ ਉਹ ਹੈਗਾ ਜੀ ਆਪਸ਼ਨ ਡੀ, ਕੰਟਰੋਲਿੰਗ ਇਮੋਸ਼ਨਸ। ਤੇ ਤੁਸੀਂ ਦੇਖੋ ਹੁਣ ਤੁਸੀਂ ਕਿਸ ਤੇ ਇਹ ਚੀਜ਼ ਦਾ ਟਿਕ ਲਗਾ ਕੇ ਆਏ ਹੋ। ਨੈਕਸਟ ਕੁਐਸਚਨ ਨੰਬਰ 40, ਦ concept of continuous and comprehensive evaluation is introduced in the year। ਇਹ ਕਿਹੜੇ ਈਅਰ ਵਿੱਚ ਇੰਟਰੋਡਿਊਸ ਹੋਇਆ ਸੀ? 2009 ਦੇ ਵਿੱਚ। ਨੈਕਸਟ, ਦ ਕੌਨਫਲਿਕਟ ਥਿਓਰੀ ਇਜ਼ ਗਿਵਨ ਬਾਏ, ਜਿਹੜੀ ਕੌਨਫਲਿਕਟ ਥਿਓਰੀ ਹੈ ਇਹ ਕਿਹਨੇ ਦਿੱਤੀ ਹੈ? ਕਾਰਲ ਮੈਕਸ ਨੇ ਦਿੱਤੀ ਹੈ ਥਿਓਰੀ। ਦੇਖੋ ਜਿਹੜੇ ਕੁਐਸਚਨਸ ਨੇ ਨਾ ਸਿਰਫ ਇਮੋਸ਼ਨਲ ਇੰਟੈਲੀਜੈਂਸ ਨੂੰ ਛੱਡ ਕੇ ਬਾਕੀ ਸਾਰੇ ਆਪਾਂ ਪ੍ਰੀਵੀਅਸ ਈਅਰਸ ਪੇਪਰਸ ਵਿੱਚ ਵੀ ਡਿਸਕਸ ਕੀਤੇ ਨੇ ਤੇ ਜਿਹੜੀ ਆਪਣੀ ਮੈਰਾਥਨ ਸੈਸ਼ਨਸ ਹੈ ਥਿਓਰੀ ਵਾਲੇ ਉਹਨਾਂ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਹੋਈਆਂ ਨੇ। ਜੇ ਤੁਸੀਂ ਮੇਰੇ ਸਾਰੇ ਸੈਸ਼ਨਸ ਅਟੈਂਡ ਕੀਤੇ ਸੀ ਤਾਂ ਤੁਹਾਡਾ CDP ਦਾ ਜਿਹੜਾ ਪੇਪਰ ਹੈ ਪੂਰਾ ਚੰਗੇ ਤਰੀਕੇ ਨਾਲ ਹੋਇਆ ਹੋਣਾ ਚਾਹੀਦਾ ਹੈ। ਵਿਚ ਆਫ ਦ ਫੋਲੋਇੰਗ ਕਲਾਸਰੂਮ ਇਨਵਾਇਰਮੈਂਟ ਪਲੇਸਿਸ ਨੋ ਡਿਮਾਂਡਸ ਔਨ ਸਟੂਡੈਂਟਸ ਆਫ ਐਨੀ ਸੌਰਟ ਐਂਡ ਸਟੂਡੈਂਟਸ ਆਰ ਐਕਟਿਵਲੀ ਸਪੋਰਟਡ ਇਨ ਦੇਅਰ efforts to seek their own ends using any unreasonable means।
ਤੇ ਇਸ ਦਾ ਆਪਣਾ ਆਨਸਰ ਹੈਗਾ ਡੀ ਡੈਮੋਕ੍ਰੈਟਿਕ ਸਟਾਈਲ, ਜਿੱਥੇ ਹਰ ਬੱਚੇ ਨੂੰ ਕੀ ਹੈ ਸੁਤੰਤਰਤਾ ਦਿੱਤੀ ਜਾਂਦੀ ਹੈ, ਇਕੁਅਲ ਅਪਰਚੁਨਿਟੀ ਦਿੱਤੀ ਜਾਂਦੀ ਹੈ। ਨੈਕਸਟ ਕੁਐਸਚਨ ਨੰਬਰ 43 ਦੇਖੋ, ਵਿਚ ਆਫ ਦ ਫੋਲੋਇੰਗ ਰਿਪਰੈਜ਼ੈਂਟਸ ਦ 4 ਕਲਸਟਰਸ ਆਫ ਇਮੋਸ਼ਨਲ ਇੰਟੈਲੀਜੈਂਸ ਗਿਵਨ ਬਾਏ ਗੋਲਮੈਨ। ਹੁਣ ਦੂਜਾ ਇਹ ਹੈ ਜਿਹੜਾ ਕਲਸਟਰ ਇਹਨਾਂ ਨੇ ਦਿੱਤਾ ਹੋਇਆ, ਇਹਦਾ ਆਨਸਰ ਕੀ ਹੈ? ਆਪਸ਼ਨ ਬੀ ਸੈਲਫ ਮੋਟੀਵੇਸ਼ਨ, ਸੋਸ਼ਲ ਅਵੇਅਰਨੈਸ, ਸੈਲਫ ਮੈਨੇਜਮੈਂਟ ਐਂਡ ਰਿਲੇਸ਼ਨਸ਼ਿਪ ਮੈਨੇਜਮੈਂਟ। ਨੈਕਸਟ ਹੈ ਜੀ ਵਿਚ ਅਸੈਸਮੈਂਟ ਟੈਕਨੀਕ ਇਜ਼ ਸਬਜੈਕਟਿਵ ਇਨ ਨੇਚਰ। ਹੁਣ ਸਬਜੈਕਟਿਵ ਉਹ ਚੀਜ਼ ਹੈ ਜਿੱਥੇ ਟੀਚਰਸ ਪਾਰਸ਼ੈਲਿਟੀ ਕਰ ਸਕਦੇ ਬੱਚਿਆਂ ਨਾਲ। ਹੁਣ ਆਪਾਂ ਜੇ ਆਬਜੈਕਟਿਵ ਦੀ ਗੱਲ ਕਰੀਏ, ਹੁਣ ਤੁਸੀਂ ਸਹੀ ਆਨਸਰ ਟਿਕ ਕਰਤਾ, ਉਹਦੇ ਵਿੱਚ ਕਿਵੇਂ ਹੋਊਗਾ? ਕੁਇਜ਼ ਹੈ, ਚਾਹੇ ਮਲਟੀਪਲ ਟਾਈਪ ਆਫ ਕੁਐਸਚਨਸ ਹੈ, ਤੇ ਇਹਦਾ ਕਰੈਕਟ ਆਨਸਰ ਕੀ ਹੈ? ਆਪਸ਼ਨ ਸੀ ਰੇਟਿੰਗ ਸਕੇਲ, ਜਿੱਥੇ ਟੀਚਰਸ ਨੇ ਤੁਹਾਨੂੰ ਰੇਟ ਕਰਨਾ ਉਹ ਵੱਧ ਘੱਟ ਤੁਹਾਨੂੰ ਰੇਟਿੰਗ ਸਕੇਲ ਤੇ ਅਲਾਟ ਕਰ ਸਕਦੇ ਨੇ, ਠੀਕ ਹੈ। ਹੋਰ ਕੋਈ ਵੀ ਟੈਕਨੀਕ ਨਹੀਂ, ਤਾਂ ਆਪਸ਼ਨ ਸੀ ਇਹਦਾ ਕੀ ਹੈ ਕਰੈਕਟ ਆਨਸਰ। ਅਗਲਾ ਕੁਐਸਚਨ, ਦ ਬੈਸਟ ਚਾਈਲਡ ਸੈਂਟਰਡ ਅਪਰੋਚ ਆਫ ਲਰਨਿੰਗ। ਹੁਣ ਚਾਈਲਡ ਸੈਂਟਰਡ ਜਿਹੜੀ ਅਪਰੋਚ ਹੋਗੀ ਉਹਦੇ ਵਿੱਚ ਬੱਚਾ ਸੈਂਟਰ ਹੈ, ਯਾਨੀ ਕਿ ਬੱਚਾ ਐਕਟਿਵ ਹੈ, ਤਾਂ ਉਹ ਕਿਹੜਾ ਮੈਥਡ ਹੋ ਗਿਆ? ਪ੍ਰੋਜੈਕਟ ਬੇਸਡ ਲਰਨਿੰਗ ਮੈਥਡ, ਜਿੱਥੇ ਲਰਨਿੰਗ ਬਾਈ ਡੂਇੰਗ ਹੁੰਦੀ ਹੈ। ਨੈਕਸਟ ਕੁਐਸਚਨ ਦੇਖੋ, ਰੈਸੀਪਲੋਕਲ ਡਿਟਰਮਿਨਿਜ਼ਮ ਮਾਡਲ ਆਫ ਐਲਬਰਟ ਬੰਡੂਰਾ ਕੰਸਿਸਟ ਆਫ ਫੋਲੋਇੰਗ 3 ਫੈਕਟਰਸ ਐਕਸੈਪਟ। ਕਿਹੜਾ ਫੈਕਟਰ ਇਹਨਾਂ ਨੇ ਜਿਹੜੀ ਹੈਗੀ ਹੈ ਨਹੀਂ ਗੱਲ ਕੀਤੀ? ਉਹ ਹੈਗੀ ਹੈ ਜੀ ਆਪਸ਼ਨ ਸੀ ਹੈਗਾ ਜੀ ਆਪਣਾ ਕਰੈਕਟ ਆਨਸਰ। ਜੈਨੇਟਿਕ ਦੇ ਬਾਰੇ ਇਹਨਾਂ ਨੇ ਡਿਸਕਸ ਨਹੀਂ ਕੀਤਾ ਫੈਕਟਰ। ਨੈਕਸਟ, ਡੈਸ਼ ਇਜ਼ ਕਲਾਸਰੂਮ ਇਨ ਵਿਚ ਸਟੂਡੈਂਟਸ ਫਰਮ ਡਿਫਰੈਂਟ ਕਲਚਰਲ ਬੈਕਗਰਾਊਂਡਸ ਕੋਆਪਰੇਟ ਬਾਈ ਡੂਇੰਗ ਡਿਫਰੈਂਟ ਪਾਰਟਸ ਆਫ ਅ ਪ੍ਰੋਜੈਕਟ ਟੂ ਰੀਚ ਅ ਕਾਮਨ ਗੋਲ। ਇਹ ਕਿਹੜਾ ਕਲਾਸਰੂਮ ਹੈ ਜੀ? ਗਰੁੱਪ ਕਲਾਸਰੂਮ, ਆਪਸ਼ਨ ਏ ਅਗੇਨ। ਨੈਕਸਟ, ਦ ਐਰਿਕਸਨ ਥਿਓਰੀ ਆਫ ਡਿਵੈਲਪਮੈਂਟ ਕਮਸ ਅੰਡਰ। ਕਿਹਦੇ ਅੰਦਰ ਆਉਂਦੀ ਹੈ ਇਹਨਾਂ ਦੀ? ਸਾਈਕੋ ਐਨਾਲਿਟਿਕ ਥਿਓਰੀ ਆਫ ਚਾਈਲਡ ਡਿਵੈਲਪਮੈਂਟ। ਨੈਕਸਟ ਕੁਐਸਚਨ ਨੰਬਰ ਹੈਗਾ 49, ਦ ਥਰਸਟਨਸ ਗਰੁੱਪ ਫੈਕਟਰ ਥਿਓਰੀ ਆਫ ਇੰਟੈਲੀਜੈਂਸ ਡਜ਼ ਨਾਟ ਇਨਕਲੂਡ ਵਿਚ ਆਫ ਦ ਫੋਲੋਇੰਗ ਫੈਕਟਰਸ। ਕਿਹੜਾ ਫੈਕਟਰ ਇਨਕਲੂਡ ਨਹੀਂ ਕਰਦੇ? ਇਹ ਕਰਦੇ ਨਹੀਂ, ਮੈਮੋਰੀ ਫੈਕਟਰ ਨੂੰ ਇਨਕਲੂਡ ਨਹੀਂ ਕਰਦੇ। ਆਪਸ਼ਨ ਬੀ ਹੈਗਾ ਆਪਣਾ ਇਹਦਾ ਆਨਸਰ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਫੈਕਟਰ ਥਿਓਰੀਜ਼ ਆਫ ਇੰਟੈਲੀਜੈਂਸ। ਇਹ ਸਿੰਪਲ ਹੈਗਾ ਜੀ ਸਟਰਨਬਰਗ ਥਿਓਰੀ, ਇਹਦਾ ਕੀ ਹੈ ਫੈਕਟਰ ਨਹੀਂ ਹੈਗਾ ਥਿਓਰੀਜ਼ ਆਫ ਇੰਟੈਲੀਜੈਂਸ ਦਾ। ਨੈਕਸਟ, ਸਟੈਨਫੋਰਡ ਬਿਨੇਟ ਸਕੇਲ ਇਜ਼ ਅ ਟਾਈਪ ਆਫ। ਕਿਸ ਚੀਜ਼ ਦਾ ਟਾਈਪ ਹੈ ਸਟੈਨਫੋਰਡ ਬਿਨੇਟ ਸਕੇਲ? ਇਹ ਹੈਗਾ ਇੰਡੀਵਿਜੂਅਲ ਵਰਬਲ ਟੈਸਟ ਦਾ। ਆਪਾਂ ਇੰਟੈਲੀਜੈਂਸ ਟੈਸਟ ਵਿੱਚ ਕੀਤਾ ਸੀਗਾ ਸਟੈਨਫੋਰਡ ਬਿਨੇਟ ਸਕੇਲ। ਐਲਫਰੈਡ ਬਿਨੇਟ ਜਿਹੜੀ ਲੈਬੋਰੇਟਰੀ ਵਿੱਚ ਹੈ, ਠੀਕ ਹੈ, ਟਰਮਨ ਸਾਹਿਬ ਨੇ ਇਹਨਾਂ ਵਾਸਤੇ ਵੀ ਜਿਹੜੀ ਹੈਗੀ ਗੱਲ ਕੀਤੀ ਸੀ। ਨੈਕਸਟ ਕੁਐਸਚਨ ਹੈਗਾ, ਟਰਮਨ ਡਿਫਾਈਨਸ ਇੰਟੈਲੀਜੈਂਸ ਇਨ ਟਰਮਸ ਆਫ। ਟਰਮਨ ਨੇ ਇੰਟੈਲੀਜੈਂਸ ਨੂੰ ਕਿਸ ਤਰ੍ਹਾਂ ਡਿਫਾਈਨ ਕੀਤਾ ਸੀ? ਐਬਿਲਿਟੀ ਟੂ ਥਿੰਕ ਇਨ ਐਬਸਟਰੈਕਟ ਟਰਮਸ, ਆਪਸ਼ਨ ਡੀ। ਨੈਕਸਟ ਕੁਐਸਚਨ ਹੈਗਾ, ਹੂ ਗੇਵ ਦ ਕॉन्सेप्ट ਆਫ ਕਿੰਡਰ ਗਾਰਡਨ ਸਕੂਲ। ਇਹ ਦਿੱਤਾ ਸੀ ਜੀ ਪੈਸਟਲੌਜੀ ਨੇ। ਦ ਕਰੈਕਟ ਸੀਕੁਐਂਸ ਆਫ ਕੈਟਾਗਰੀਜ਼ ਆਫ ਲਰਨਿੰਗ ਆਊਟਕਮਸ ਇਨ ਅਫੈਕਟਿਵ ਡੋਮੇਨ। ਅਫੈਕਟਿਵ ਡੋਮੇਨ ਵਿੱਚ ਕਿਹੜੀ ਹੈਗੀ? ਆਪਾਂ ਬਲੂਮਸ ਟੈਕਸੋਨੋਮੀ ਵਿੱਚ ਕੀਤਾ ਸੀਗਾ, ਉਹ ਹੈਗੀ ਹੈ ਕਿਹੜੀ? ਇਹਨਾਂ ਚਾਰਾਂ ਚੋਂ ਦੇਖ ਲਿਓ ਇੱਕ ਵਾਰੀ। ਸੋ ਇਹਦਾ ਸਹੀ ਸੀਕੁਐਂਸ ਹੈਗਾ ਆਪਸ਼ਨ ਏ ਰਿਸੀਵਿੰਗ, ਰਿਸਪੌਂਡਿੰਗ, ਵੈਲੂਇੰਗ, ਆਰਗੇਨਾਈਜੇਸ਼ਨ ਐਂਡ ਕਰੈਕਟਰਾਈਜੇਸ਼ਨ, ਆਪਸ਼ਨ ਏ ਅਗੇਨ। ਬਹੁਤ ਹੀ ਕੁਐਸਚਨਸ ਤੁਸੀਂ ਦੇਖੋ ਆਪਸ਼ਨ ਏ ਕਿੰਨੇ ਕੁਐਸਚਨਸ ਵਿੱਚ ਸਹੀ ਜਾ ਰਹੀ ਹੈ ਦੀ। ਨੈਕਸਟ ਕੁਐਸਚਨ, ADHD ਸਟੈਂਡਸ ਫॉर, ਆਪਾਂ ਕੱਲ੍ਹ ਹੀ ਇਹਦੇ ਰਿਲੇਟਡ ਵੀ ਕੁਐਸਚਨ ਕੀਤਾ। ਕੀ ਹੁੰਦਾ ਇਹ? ਅਟੈਂਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ, ਜਿਹਦੇ ਵਿੱਚ ਬੱਚਾ ਟਿਕ ਕੇ ਬੈਠ ਨਹੀਂ ਸਕਦਾ। ਮੈਂ ਛੋਟੇ ਬੱਚੇ ਦੀ ਐਗਜ਼ਾਮਪਲ ਲੈ ਕੇ ਵੀ ਤੁਹਾਨੂੰ ਇਹੀ ਚੀਜ਼ ਜਿਹੜਾ ਕੁਐਸਚਨ ਆਪਾਂ ਡਿਸਕਸ ਕੀਤਾ ਸੀ। ਨਾਓ ਨੈਕਸਟ, ਡੈਸ਼ ਆਰ ਪ੍ਰੋਬਲਮਸ ਇਨ ਪ੍ਰੋਨਾਊਂਸਿੰਗ ਸਾਊਂਡਸ ਕਰੈਕਟਲੀ। ਸਾਊਂਡਸ ਨੂੰ ਪ੍ਰੋਨਾਊਂਸ ਕਰੈਕਟਲੀ ਕਰਨ ਵਿੱਚ ਜਦੋਂ ਪ੍ਰੋਬਲਮ ਆਉਂਦੀ ਹੈ ਉਹਨੂੰ ਆਪਾਂ ਕਿਹੜਾ ਆਰਡਰ ਡਿਸਆਰਡਰ ਕਹਿੰਦੇ ਹਾਂ? ਦੈਟ ਇਜ਼ ਆਰਟੀਕੂਲੇਸ਼ਨ ਡਿਸਆਰਡਰਸ, ਆਪਸ਼ਨ ਬੀ। Next question 57, a teacher is using an alternate computer keyboard to facilitate learning of child suffering from cerebral palsy is an example of which type of technology। ਹੁਣ ਜਦੋਂ ਟੀਚਰ ਕਿਸੇ alternate ਡਿਵਾਈਸ ਦੀ ਹੈਲਪ ਲੈ ਰਹੇ ਨੇ ਉਹਨੂੰ ਕੀ ਕਵਾਂਗੇ ਆਪਾਂ? ਅਸਿਸਟਿਵ ਟੈਕਨੋਲੋਜੀ, ਆਪਸ਼ਨ ਸੀ। ਨੈਕਸਟ 58, ਇਨਕਲੂਜਨ ਇਨ ਐਜੂਕੇਸ਼ਨ ਰੈਫਰਸ ਟੂ। ਇਨਕਲੂਸਿਵ ਐਜੂਕੇਸ਼ਨ ਦੇ ਕੁਐਸਚਨਸ ਕਿੱਥੇ ਸੀ? ਜਿੱਥੇ ਕਿ ਨਾਰਮਲ ਬੱਚੇ ਤੇ ਦੂਜੇ ਬੱਚੇ ਇਕੱਠੇ ਟਾਈਮ ਸਪੈਂਡ ਕਰਦੇ ਆ ਵਿਦ ਕਾਮਨ ਫੈਸਿਲਿਟੀਜ਼, ਠੀਕ ਹੈ। ਸਟੂਡੈਂਟਸ ਵਿਦ ਸਪੈਸ਼ਲ ਨੀਡ ਸਪੈਂਡ ਆਲ ਦੇਅਰ ਟਾਈਮ ਵਿਦ ਨਾਰਮਲ ਸਟੂਡੈਂਟਸ, ਆਪਸ਼ਨ ਏ ਅਗੇਨ ਇੱਥੇ ਆਪਣੀ ਕੀ ਬਣਦੀ ਹੈ ਸਹੀ ਆਨਸਰ। ਨੈਕਸਟ ਕੁਐਸਚਨ ਨੰਬਰ 59, ਮੋਸਟ ਕਾਮਨਲੀ ਆਈਡੈਂਟੀਫਾਈਡ ਫਾਰਮ ਆਫ ਇੰਟੈਲੈਕਚੁਅਲ ਡਿਸਐਬਿਲਿਟੀ ਵਿਚ ਇਜ਼ ਜਨਰਲੀ ਟਰਾਂਸਮਿਟਡ ਇਜ਼। ਸੋ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ, ਦੈਟ ਇਜ਼ ਡਾਊਨ ਸਿੰਡਰੋਮ। ਤੇ ਲਾਸਟ ਕੁਐਸਚਨ ਹੁਣ ਆਪਣਾ CDP ਦਾ ਦੇਖ ਲਓ ਬੱਚੋ। ਡੈਸ਼ ਰੈਫਰਸ ਟੂ ਅ ਬ੍ਰੌਡ ਰੇਂਜ ਆਫ ਔਟਿਜ਼ਮ ਡਿਸਆਰਡਰਸ ਇਨਕਲੂਡਿੰਗ ਦ ਕਲਾਸੀਕਲ ਐਂਡ ਸਵੇਅਰ ਫਾਰਮਸ ਆਫ ਔਟਿਜ਼ਮ। ਇਹਦਾ ਆਨਸਰ ਕੀ ਹੈ? ਔਟਿਜ਼ਮ ਸਪੈਕਟਰਮ ਡਿਸਆਰਡਰਸ। ਤੇ ਇੱਥੇ ਹੁਣ ਦੇਖੋ ਤੁਸੀਂ ਆਪਦੇ ਆਪ ਨੂੰ 30 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ, ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ
ਕਿਸ ਤਰ੍ਹਾਂ CDP ਨੂੰ ਅਟੈਂਪਟ ਕਰਕੇ ਆਏ ਹੋ। ਸੋ ਫਰੈਂਡਸ, ਇਹ ਵੀਡੀਓ ਹੈਲਪਫੁਲ ਰਹੀ ਹੋਵੇ, ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਜਿਵੇਂ ਜਿਵੇਂ ਕੋਈ ਹੋਰ ਪੇਪਰ ਆਪਣੇ ਕੋਲ ਆਏਗਾ ਆਪਾਂ ਉਹ ਵੀ ਡਿਸਕਸ ਕਰਾਂਗੇ। ਸੋ ਸੀ ਯੂ ਫਰੈਂਡਸ ਇਨ ਦ ਨੈਕਸਟ ਵੀਡੀਓ। ਟਿਲ ਦੈਨ ਕੀਪ ਵਾਚਿੰਗ।